ਰੋਜ਼ਾਨਾ ਲੋਕ ਨਾਚ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰਾਈਮ ਮੁੱਦਾ। ਕਾਂਗਰਸ ਦੇ ਵਿੱਚ ਵਧਿਆ ਹੋਇਆ ਕਾਟੋ ਕਲੇਸ਼ ਖਤਮ ਕਰਨ ਦੇ ਲਈ ਕਾਂਗਰਸ ਹਾਈ ਕਮਾਨ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੇ ਵੱਲੋਂ ਅੱਜ ਪੰਜਾਬ ਦੇ 25 ਵਿਧਾਇਕ ਅਤੇ ਮੰਤਰੀ ਮੀਟਿੰਗ ਦੇ ਲਈ ਉੱਥੇ ਬੁਲਾਏ ਗਏ ਸੀ। ਦੁਪਹਿਰ ਦੇ ਟਾਈਮ ਅਸੀਂ ਕੁਝ ਗੱਲਾਂ ਤੁਹਾਨੂੰ ਦੱਸੀਆਂ ਵੀ ਸੀ ਖਬਰ ਦੇ ਰਾਹੀਂ ਕਿ ਕੁਝ ਉੱਥੇ ਹੋਇਆ। ਹੁਣੇ ਮੀਟਿੰਗ ਖਤਮ ਹੋ ਚੁੱਕੀ ਹੈ। ਪੂਰੀ ਮੀਟਿੰਗ ਦਾ ਸਾਰ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਮੀਟਿੰਗ ਦੇ ਅੰਦਰ ਮਾਹੌਲ ਰਿਹਾ, ਕਿਹੜੇ ਬੰਦੇ ਨੇ ਕਿਸ ਦਾ ਪੱਖ ਪੂਰਿਆ, ਕਿਹੜੇ ਬੰਦੇ ਨੇ ਨਵਜੋਤ ਸਿੰਘ ਸਿੱਧੂ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਿਆ, ਕਿਸ ਤਰੀਕੇ ਦੇ ਨਾਲ ਅੰਦਰਲਾ ਮਾਹੌਲ ਰਿਹਾ। ਖਾਸ ਕਰਕੇ ਦਲਿਤਾਂ ਬਾਰੇ ਕੀ ਵੱਡੀ ਖਬਰ ਆਈ, ਸੁਨੀਲ ਜਾਖੜ ਪਹਿਲਾਂ ਉੱਥੇ ਕਿਉਂ ਮਿਲਣ ਗਏ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਗੱਲ ਅੱਜ ਕਿਉਂ ਕਹੀ ਗਈ ਕਿ ਕਾਂਗਰਸ ਨੂੰ ਟਾਈਫਾਈਡ ਹੋ ਗਿਆ, ਜੇਕਰ ਪੀਲੀਆ ਹੋ ਗਿਆ ਤਾਂ ਕਾਂਗਰਸ ਮਰ ਜਾਵੇਗੀ ਤੇ ਕਾਂਗਰਸ ਲਈ ਔਖਾ ਹੋ ਜਾਵੇਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਨੇ ਇਹ ਇਸ ਦੇ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਖਾਸ ਕਰਕੇ ਪੂਰੀ ਮੀਟਿੰਗ ਦਾ ਜਿਹੜਾ 5-6 ਘੰਟੇ ਦੀ ਜਿਹੜੀ ਮੀਟਿੰਗ ਪੌਣੇ 6 ਘੰਟੇ ਦੀ 6 ਘੰਟੇ ਜਿਹੜੀ ਮੀਟਿੰਗ ਚੱਲੀ ਹੈ ਉਹ ਮੀਟਿੰਗ ਦਾ ਪੂਰਾ ਸਾਰ ਜਿਹੜਾ ਤੁਹਾਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਦੱਸਾਂਗੇ। ਅੰਦਰਲੀ ਇੱਕ ਗੱਲ ਤੁਹਾਡੇ ਅੱਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ, ਇਹ ਮੀਟਿੰਗ ਜਿਹੜੀ ਹੈ ਖਤਮ ਹੋਈ ਹੈ, ਕਿਵੇਂ ਰਹੀ ਅੱਜ ਦੀ ਮੀਟਿੰਗ ਤੇ ਕੀ ਕੁਝ ਜੇਕਰ ਤੁਹਾਡੇ ਨਜ਼ਰੀਏ ਨਾਲ ਸਮਝਿਆ ਜਾਵੇ ਤਾਂ ਕਿਵੇਂ ਇਹ ਤਾਂ ਆਪਾਂ ਚਲੋ ਗੱਲਬਾਤ ਕਰਦੇ ਹਾਂ। ਪਹਿਲਾਂ ਇਹ ਦੱਸੀਏ ਕਿ ਅੰਦਰ ਮੀਟਿੰਗ ਦੇ ਵਿੱਚ ਹੋਇਆ ਕੀ, ਕੌਣ ਕਿਹਦਾ ਪੱਖ ਪੂਰਿਆ। ਦੇਖੋ ਸਿੱਧੂ ਸਾਹਿਬ, ਜਿਹੜੀ ਕਿਆਸ ਰਾਈਆਂ ਜਿਸ ਤਰ੍ਹਾਂ ਲੱਗ ਰਹੀਆਂ ਸੀ ਕਿ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਦਲਿਤ ਵਰਗ ਨਾਲ ਸੰਬੰਧਿਤ ਮੁੱਦੇ ਜਿਹੜੇ ਵਿਚਾਰੇ ਜਾਣਗੇ, ਕਿਉਂਕਿ ਇਸ ਮੀਟਿੰਗ ਦੇ ਵਿੱਚ ਜਿਹੜੀ ਪਹਿਲੀ ਕਾਲ ਸੀ ਉਹ ਦੁਆਬੇ ਨਾਲ ਸੰਬੰਧਿਤ ਉਹਨਾਂ 25 ਵਿਧਾਇਕਾਂ ਨਾਲ ਸੰਬੰਧਿਤ ਸੀ ਜਾਂ ਉਹਨਾਂ 25 ਵਿਧਾਇਕਾਂ ਨੂੰ ਸੱਦਿਆ ਗਿਆ ਜਿਹੜੇ ਦੁਆਬੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ। ਔਰ ਦੁਆਬਾ ਹਲਕਾ ਜਿਹੜਾ ਹੈ ਉਹ ਦੁਆਬਾ ਹਲਕਾ ਨਹੀਂ, ਦੁਆਬਾ ਖੇਤਰ ਜਿਹੜਾ ਹੈ ਉਹ ਪੂਰਨ ਰੂਪ ਦੇ ਵਿੱਚ ਦਲਿਤ ਵਰਗ ਨਾਲ ਸੰਬੰਧਿਤ ਹੈ। ਤਾਂ ਸਭ ਤੋਂ ਪਹਿਲਾਂ ਇਸ ਖੇਤਰ ਨਾਲ ਵਿਧਾਇਕਾਂ ਨੂੰ ਸੱਦ ਕੇ ਉਹਨਾਂ ਦੀ ਰਾਏ ਲੈਣੀ ਜਿਹੜੀ ਸੀ ਉਹ ਬੜੀ ਮਹੱਤਵਪੂਰਨ ਸਮਝੀ ਜਾ ਰਹੀ ਸੀ, ਕਿਉਂਕਿ ਠੀਕ ਅੱਜ ਤੋਂ ਕੁਝ ਸਮਾਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਵਿੱਚ ਦਲਿਤ ਕਾਰਡ ਜਿਹੜਾ ਉਹ ਸੁੱਟਿਆ ਜਾ ਰਿਹਾ ਹੈ। ਜਿਸ ਤਰੀਕੇ ਨਾਲ ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਨੂੰ ਬਣਾਉਣ ਦੀ ਗੱਲ ਕੀਤੀ ਜਾ ਚੁੱਕੀ ਹੈ, ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਡਿਪਟੀ ਉਪ ਮੁੱਖ ਮੰਤਰੀ ਦਲਿਤ ਵਰਗ ਨਾਲ ਬਣਾਉਣਾ ਚਾਹੁੰਦੀ ਹੈ, ਉਹਦਾ ਵਾਅਦਾ ਕਰ ਚੁੱਕੇ ਸੁਖਬੀਰ ਬਾਦਲ ਹੋਣੀ। ਔਰ ਈਵਨ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਸ਼ਮਸ਼ੇਰ ਸਿੰਘ ਦੂਲੋ ਵਰਗੇ ਜਿਹੜੇ ਦਲਿਤ ਵਰਗ ਦੀ ਨੁਮਾਇੰਦਗੀ ਕਰਦੇ ਨੇਤਾ ਨੇ, ਉਹਨਾਂ ਨੇ ਵੀ ਇਹ ਮੰਗ ਕੀਤੀ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਦਲਿਤ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇ। ਈਵਨ ਕਿ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਦੇ ਸਮਝੇ ਜਾਂਦੇ ਹੈ। ਔਰ ਇਸ ਮੀਟਿੰਗ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਹ ਕਮੇਟੀ ਜਿਹੜੀ ਗਠਨ ਕਰਦੀ ਵਿਧਾਇਕਾਂ ਦਾ ਪੱਖ ਸੁਣਦੀ ਪੰਜਾਬ ਦੇ ਕਾਟੋ ਕਲੇਸ਼ ਸੰਬੰਧੀ ਹਰੀਸ਼ ਰਾਵਤ ਦਾ ਇੱਕ ਬਿਆਨ ਜਿਹੜਾ ਉਹ ਬੜੇ ਧਿਆਨ ਦੀ ਮੰਗ ਕਰਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਾਂ ਬੀਤੇ ਹੋਏ ਸਾਡੇ ਕੋਲ ਗਲਤੀਆਂ ਹੋਈਆਂ ਨੇ ਤਾਂ ਅਸੀਂ ਦਲਿਤ ਵਰਗ ਨੂੰ ਨੁਮਾਇੰਦਗੀ ਨਹੀਂ ਦੇ ਸਕੇ। ਤਾਂ ਫਿਰ ਉਹ ਸਾਰੇ ਸਿਲਸਿਲੇ ਜਿਹੜੇ ਬਿਆਨ ਜਿਹੜੀ ਮੈਂ ਸਥਿਤੀਆਂ ਤੁਹਾਡੇ ਸਾਹਮਣੇ ਬਿਆਨ ਕੀਤੀਆਂ ਨੇ, ਇਹਨਾਂ ਬਿਆਨਾਂ ਦੀ ਰੌਸ਼ਨੀ ਦੇ ਵਿੱਚ, ਇਹਨਾਂ ਸਥਿਤੀਆਂ ਦੇ ਪ੍ਰਸੰਗ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਇਸ ਪਾਰਟੀ ਵੱਲੋਂ ਇਸ ਕਮੇਟੀ ਵੱਲੋਂ ਵਿਧਾਇਕਾਂ ਨੂੰ ਸੱਦਿਆ ਗਿਆ ਤਾਂ ਉਹਨਾਂ ਦਾ ਏਜੰਡਾ ਜਿਹੜਾ ਸੀ, ਏਜੰਡਾ ਤਾਂ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਪ੍ਰਤੀ ਜਿਹੜੀ ਇੱਕ ਵਿਦਰੋਹ ਦੀ ਅੱਗ ਜਿਹੜੀ ਆ ਉਹ ਭੱਖੀ ਪਈ ਆ, ਉਹਦੇ ਸੰਬੰਧੀ ਤੁਹਾਡੀ ਫੀਡਬੈਕ ਦੇ ਰੂਪ 'ਚ ਇਹਨਾਂ ਵਿਧਾਇਕਾਂ ਦੀ ਗੱਲਬਾਤ ਜਿਹੜੀ ਕਰਦੀ ਸੀ। ਪਰ ਇਹਦੇ ਨਾਲ ਹੀ ਨਾਲ ਇਹਨਾਂ ਵਿਧਾਇਕਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਦਲਿਤ ਵਰਗ ਦੀ ਨੁਮਾਇੰਦਗੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ, ਜਿਹਦੇ ਨਾਲ ਇੱਕ ਭਾਰੀ ਵਰਗ ਜਿਹੜਾ ਕਾਂਗਰਸ ਦੀ ਅਸੀਂ ਕਹਿੰਦੇ ਕਿ ਤਗੜਾ ਵੋਟ ਬੈਂਕ ਸੀ, ਵੋਟ ਬੈਂਕ ਹੈ ਵੀ ਆ, ਪਰ ਕੁਝ ਸਮਾਂ ਪਾ ਕੇ ਉਹ ਟੁੱਟ ਕੇ ਜਿਸ ਤਰ੍ਹਾਂ ਬਸਪਾ 'ਚ ਉਹ ਚਲਾ ਗਿਆ। ਤਾਂ ਇਸ ਵੋਟ ਬੈਂਕ ਨੂੰ ਕਿਵੇਂ ਬਚਾਉਣਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਵੀ ਟੇਕ ਜਿਹੜੀ ਆ ਦੁਆਬੇ ਖੇਤਰ ਦੇ ਵਿੱਚ ਹੈਗੀ ਆ, ਆਮ ਆਦਮੀ ਪਾਰਟੀ ਵੀ ਬੜੇ ਜੋਸ਼ੋ ਖਰੋਸ਼ ਦੇ ਨਾਲ ਆਪਰੇਟ ਕਰ ਰਹੀ ਆ। ਤਾਂ ਇਸ ਕਰਕੇ ਕਾਂਗਰਸ ਪਾਰਟੀ ਨੇ ਆਪਣੇ ਇਹ ਜਿਹੜੇ ਵਿਧਾਇਕ ਸਨ, ਜਿਹੜੇ 25 ਦੇ ਕਰੀਬ, ਉਹਨਾਂ ਨਾਲ ਕਾਂਗਰਸ ਦੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਜਿਹੜਾ ਫੈਲਿਆ ਅਸੰਤੋਸ਼ ਆ ਉਹਦੇ ਪ੍ਰਤੀ ਤਾਂ ਗੱਲਬਾਤ ਕੀਤੀ, ਪਰ ਉਹਦੇ ਨਾਲ ਹੀ ਨਾਲ ਦਲਿਤ ਵਰਗ ਨਾਲ ਜਿਹੜੇ ਸੰਬੰਧਿਤ ਵਿਧਾਇਕ ਸਨ ਉਹਨਾਂ ਦੀਆਂ ਕੀ ਮੰਗਾਂ ਨੇ, ਉਹਨਾਂ ਮੰਗਾਂ ਨੂੰ ਤੇ ਜਾਂ ਕਿਸ ਤਰੀਕੇ ਨਾਲ ਉਹਨਾਂ ਦੀ ਨੁਮਾਇੰਦਗੀ ਜਿਹੜੀ ਆ ਵਜ਼ਾਰਤ ਵਿੱਚ ਕੀਤੀ ਜਾਵੇ, ਇਹਦੇ ਸੰਬੰਧੀ ਵਿਚਾਰ ਵਟਾਂਦਰਾ ਹੋਇਆ। ਔਰ ਇੱਕ ਗੱਲ ਮੈਂ ਹੋਰ ਇਹਦੇ 'ਚ ਐਡ ਕਰਨੀ ਚਾਹਾਂਗਾ, ਕਿਉਂਕਿ ਕਾਂਗਰਸ ਪਾਰਟੀ ਦੀ ਜਿਹੜੀ ਬੜੀ ਕਿਰਕਰੀ ਜਿਹੜੀ ਆ ਉਹ ਪਿਛਲੇ ਦੌਰ 'ਚ ਹੋ ਚੁੱਕੀ ਆ
ਉਹਦਾ ਕਾਰਨ ਇਹ ਸੀ ਕਿ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਜਿਹਦੇ ਉੱਤੇ ਇੱਕ ਬੜਾ ਤਗੜਾ ਇਲਜ਼ਾਮ ਲੱਗਾ ਸੀ ਕਿ ਬੱਚੇ ਜਿਹੜੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਬੱਚੇ ਨੇ ਉਹਨਾਂ ਦਾ ਵਜ਼ੀਫਾ ਜਿਹੜਾ ਉਹ ਖਾ ਲੈਂਦਾ, ਔਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਕਾਇਦਾ ਤੌਰ ਤੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕਿ ਇਹੋ ਜਿਹੀ ਕੋਈ ਵੀ ਜਿਹੜੀ ਗੱਲ ਆ ਉਹ ਨਹੀਂ ਹੋਈ। ਪਰ ਜਲੰਧਰ ਖੇਤਰ 'ਚ, ਦੁਆਬੇ ਖੇਤਰ 'ਚ ਉਸ ਮੰਤਰੀ ਦਾ ਬੜਾ ਡਟ ਕੇ ਜਿਹੜਾ ਵਿਰੋਧ ਸੀ ਉਹ ਹੋਇਆ ਸੀ, ਪਰ ਉਹ ਮਸਲਾ ਜਿਹੜਾ ਉਹ ਠੰਡੇ ਬਸਤੇ 'ਚ ਚਲਾ ਗਿਆ। ਤਾਂ ਇਸ ਕਰਕੇ ਵੀ ਦਲਿਤ ਵਰਗ ਜਿਹੜਾ ਉਹ ਨਾਰਾਜ਼ ਸੀ, ਤੇ ਇਹਦੇ ਸੰਬੰਧੀ ਵੀ ਗੱਲ ਜਿਹੜੀ ਹੈ ਅੱਜ ਉੱਥੇ ਜਿਹੜੀ ਕਮੇਟੀ ਆ ਉਹਦੇ ਸਾਹਮਣੇ ਵਿਧਾਇਕਾਂ ਨੇ ਰੱਖੀ ਹੈ ਕਿ ਇਹ ਇੱਕ ਬੜਾ ਤਗੜਾ ਕ੍ਰਾਈਸਿਸ ਸੀ। ਹਾਲਾਂਕਿ ਅੱਜ ਦੀ ਮੀਟਿੰਗ ਦੇ ਵਿੱਚ ਉਹ ਮੰਤਰੀ ਵੀ ਉੱਥੇ ਸ਼ਾਮਲ ਸੀ ਜਿਹਦੇ ਉੱਤੇ ਇਹ ਇਲਜ਼ਾਮ ਲੱਗੇ, ਪਰ ਕਿਉਂਕਿ ਉਸ ਮੰਤਰੀ ਨੂੰ ਕੈਪਟਨ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਆ, ਇਸ ਕਰਕੇ ਮਸਲਾ ਜਿਹੜਾ ਕੋਈ ਕਿਸੇ ਤੰਗ ਪੱਤਰ ਨਹੀਂ ਲੱਗਾ। ਪਰ ਇਹ ਜਿਹੜੇ 25 ਵਿਧਾਇਕ ਸਨ ਦੁਆਬਾ ਖੇਤਰ ਨਾਲ ਸੰਬੰਧਿਤ, ਇਹਨਾਂ ਨੇ ਪੂਰਨ ਤੌਰ ਤੇ ਜਾ ਕੇ ਜਿਹੜੀ ਦਲਿਤ ਵਰਗ ਦੀ ਜਿਹੜੀ ਸਥਿਤੀ ਹੈ ਉਸ ਨੂੰ ਉਹਨਾਂ ਦੇ ਸਾਹਮਣੇ ਰੱਖਿਆ, ਔਰ ਇਹਦੇ ਨਾਲ ਹੀ ਨਾਲ ਜਿਹੜਾ ਪੰਜਾਬ ਵਿੱਚ ਫੈਲਿਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪ੍ਰਤੀ ਅਸੰਤੋਸ਼ ਆ, ਉਹਦੇ ਸੰਬੰਧੀ ਵੀ ਵਿਧਾਇਕਾਂ ਵੱਲੋਂ ਜਿਹੜੀ ਗੱਲ ਕੀਤੀ ਗਈ ਆ। ਔਰ ਜਿਸ ਤਰੀਕੇ ਨਾਲ ਅਸੀਂ ਆਪਣੀ ਬ੍ਰੇਕ ਨਿਊਜ਼ ਕਰਦੇ ਹੋਏ ਦੱਸਿਆ ਸੀ ਕਿ 25 ਦੇ ਵਿੱਚ 14 ਦੇ ਕਰੀਬ ਜਿਹੜੇ ਵਿਧਾਇਕ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਜਿਹੜੇ ਪੂਰਨ ਤੌਰ ਤੇ ਸਪਸ਼ਟ ਰੂਪ ਵਿੱਚ ਭੁਗਤੇ ਨੇ, ਤੇ ਜਦੋਂ ਕਿ ਬਾਕੀ ਦੇ ਜਿਹੜੇ 11 ਵਿਧਾਇਕ ਨੇ ਉਹਨਾਂ ਦੀ ਜਿਹੜੀ ਸਥਿਤੀ ਸੀ ਉਹ ਕੇਵਲ ਇਹੋ ਜਿਹੀ ਸੀ ਕਿ ਹਾਂਜੀ ਜਿਸ ਤਰ੍ਹਾਂ ਕਹਿਣਾ ਕੋਈ ਜਿਹੀ ਗੱਲ ਨਹੀਂ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਭਾਵ ਕਿ ਜਿਹੜੇ ਅੱਜ ਦੁਆਬਾ ਜਿਹੜਾ ਸੀ ਉਹ ਅਸੀਂ ਕਹਿ ਸਕਦੇ ਹਾਂ ਕਿ ਅੰਸ਼ਕ ਰੂਪ ਦੇ ਵਿੱਚ, ਮੈਂ ਅੰਸ਼ਕ ਸ਼ਬਦ ਕਹਿ ਰਿਹਾ, ਅੰਸ਼ਕ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਭੁਗਤਿਆ ਜਿਹੜਾ ਉਹ ਨਜ਼ਰੀ ਆਉਂਦਾ ਆ। ਕਿਉਂ ਅੰਸ਼ਕ ਰੂਪ ਵਿੱਚ ਇਸ ਪਾਸੇ ਵੀ ਆਪਾਂ ਆਉਣਾ, ਕੀ ਲੱਗਦਾ ਕਿ ਜਿਸ ਇੱਕ ਦਿਨ ਰਾਜਕੁਮਾਰ ਵੇਰਕਾ ਦੇ ਵੱਲੋਂ ਮੀਟਿੰਗ ਤੋਂ ਬਾਹਰ ਆ ਕੇ ਇਹ ਗੱਲ ਕਹੀ ਗਈ ਕਿ ਤੁਸੀਂ ਬਾਹਰ ਜਾ ਕੇ ਦੱਸੋ ਕਿ ਜਿਹੜਾ ਹੈਗਾ ਦਲਿਤਾਂ ਦੇ ਬਾਰੇ ਜਲਦ ਕੋਈ ਵੱਡਾ ਫੈਸਲਾ ਕਾਂਗਰਸ ਖੁਸ਼ਖਬਰੀ ਦੇ ਸਕਦੀ ਹੈ, ਤੇ ਉਹਨਾਂ ਨੇ ਆ ਕੇ ਦੱਸਿਆ ਅੰਦਰ ਕਿ ਮੀਟਿੰਗ ਦੇ ਵਿੱਚ ਇਹ ਗੁਰਜੀਤ ਗੱਲਬਾਤ ਹੋਈ ਹੈ, ਜਦ ਕਿ ਬਾਕੀ ਵਿਧਾਇਕਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਬਾਹਰ ਜਾ ਕੇ ਕੁਝ ਨਹੀਂ ਕਹਿਣਾ। ਉਹ ਦੇਖੋ ਨਾ, ਤੁਸੀਂ ਬਿਲਕੁਲ ਮੇਰੀ ਗੱਲ ਤੇ ਹੀ ਮੋਹਰ ਲਾ ਰਹੇ, ਕਿਉਂਕਿ ਇਸ ਮੀਟਿੰਗ ਦਾ ਜਿਹੜਾ 3 ਮੈਂਬਰੀ ਕਮੇਟੀ ਸੀ ਇਹਦੇ ਵੱਲੋਂ ਜਿਹੜੀ ਮੇਨ ਮੁੱਖ ਮੁੱਦਾ ਸੀ ਉਹ ਤਾਂ ਇੱਕ ਬਹਾਨਾ ਹੈ ਹੀ ਹੈ ਕਿ ਅਸੀਂ ਅਮਰਿੰਦਰ ਸਿੰਘ ਹੋਣਾ ਦੇ ਪ੍ਰਤੀ ਫੈਲੇ ਅਸੰਤੋਸ਼ ਨੂੰ ਜਾਣਨ ਵਾਸਤੇ ਫੀਡਬੈਕ ਜਿਹੜੀ ਇਕੱਤਰ ਕਰ ਰਹੇ ਹਾਂ। ਪਰ ਅਸਲ 'ਚ ਮੁੱਦਾ ਜਿਹੜਾ ਆ ਉਹ ਸਿੱਧੂ ਸਾਹਿਬ ਪੰਜਾਬ ਵਿੱਚ ਵਾਪਰ ਰਹੀਆਂ ਜਿਹੜੀਆਂ ਦਲਿਤ ਵਰਗ ਨਾਲ ਸੰਬੰਧਿਤ ਘਟਨਾਵਾਂ ਨੇ, ਸਥਿਤੀਆਂ ਨੂੰ, ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਸੀ। ਕਿਉਂਕਿ ਡਾਕਟਰ ਰਾਜਕੁਮਾਰ ਵੇਰਕਾ ਉਹ ਵਿਅਕਤੀ ਹੈ ਜਿਹੜਾ ਆਪ ਦਲਿਤ ਵਰਗ ਦੀ ਨੁਮਾਇੰਦਗੀ ਕਰਦਾ, ਔਰ ਉਹ ਪਿੱਛੇ ਲਾਸਟ ਕੁਝ ਸਮੇਂ ਦੇ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਨੇ। ਤਾਂ ਉਹਨਾਂ ਨੂੰ ਇਹ ਗੱਲ, ਇੱਕ ਮੈਸੇਜ ਜਿਹੜਾ ਸੀ ਉਹਨਾਂ ਦੇ ਰਾਹੀਂ ਇਹ ਦਿੱਤਾ ਗਿਆ, ਇਹ ਮੈਸੇਜ ਜਿਹੜਾ ਕੇਵਲ ਦਲਿਤ ਵਰਗ ਨੂੰ ਨਹੀਂ ਦਿੱਤਾ ਗਿਆ, ਇਹ ਮੈਸੇਜ ਅਸਲ ਵਿੱਚ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ, ਇਹ ਮੈਸੇਜ ਉਹਨਾਂ ਨੂੰ ਦਿੱਤਾ ਗਿਆ ਕਿ ਆਉਂਦੇ ਕੁਝ ਸਮੇਂ ਦੇ ਵਿੱਚ ਇੱਕ ਜਿਹੜੀ ਖੁਸ਼ਖਬਰੀ ਆ ਉਹ ਦਲਿਤ ਵਰਗ ਨੂੰ ਦਿੱਤੀ ਜਾ ਸਕਦੀ ਹੈ। ਹੁਣ ਕਿਉਂਕਿ ਰਾਜਕੁਮਾਰ ਵੇਰਕੇ ਹੁਣੀ ਵੀ ਦਲਿਤ ਵਰਗ ਨਾਲ ਸੰਬੰਧਿਤ ਨਹੀਂ, ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੁਣੀ ਵੀ ਉਸ ਵਰਗ ਦੀ ਨੁਮਾਇੰਦਗੀ ਕਰਦੇ ਨੇ, ਔਰ ਇਹਨਾਂ ਦੀ ਆਪਸੀ ਜਿਹੜੀ ਟੱਸਲ ਹੈ ਉਹ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਨੂੰ ਵੀ ਲੈ ਕੇ ਚੱਲਦੀ, ਕਿਉਂਕਿ ਹਰ ਬੰਦੇ ਦੇ ਮਨ ਦੇ ਵਿੱਚ ਖਾਹਿਸ਼ਾਂ ਤਾਂ ਲੈ ਹੀ ਸਕਦੀਆਂ ਨੇ ਜਨਮ। ਤਾਂ ਇਸ ਕਰਕੇ ਇਹ ਜਿਹੜੀ ਗੱਲ ਕਹੀ ਗਈ ਕਿ ਤੁਸੀਂ ਬਾਹਰ ਜਾ ਕੇ ਇਹ ਸਥਿਤੀ ਬਿਆਨ ਕਰੋ, ਤਾਂ ਬਾਕੀ ਵਿਧਾਇਕਾਂ ਨੂੰ ਇਹ ਕਿਹਾ ਕਿ ਤੁਸੀਂ ਕੋਈ ਮੀਟਿੰਗ ਦੀ ਗੱਲ ਜਿਹੜੀ ਨਹੀਂ ਕਰਦੀ। ਅਸਲ ਦੇ ਵਿੱਚ ਇਹ ਸੁਨੇਹਾ ਜਿਹੜਾ ਹੈ, ਇਹ ਸੁਨੇਹਾ ਪੰਜਾਬ ਦੇ ਲੋਕਾਂ ਜਾਂ ਦਲਿਤ ਵਰਗ ਨੂੰ ਨਹੀਂ ਦਿੱਤਾ ਗਿਆ। ਅਸਲ 'ਚ ਇਹ ਸੁਨੇਹਾ ਜਿਹੜਾ ਹੈ ਇਹ ਪੰਜਾਬ ਦੀਆਂ ਉਹਨਾਂ ਵਿਰੋਧੀ ਪਾਰਟੀਆਂ ਨੂੰ ਦਿੱਤਾ ਗਿਆ ਜਿਹੜੀਆਂ ਵਿਰੋਧੀ ਪਾਰਟੀਆਂ ਬੀਤੇ ਦੌਰ 'ਚ ਦਲਿਤ ਕਾਰਡ ਖੇਡ ਰਹੀਆਂ ਨੇ। ਤਾਂ ਉਹਦੇ ਮੁਕਾਬਲੇ ਉਹਨਾਂ ਦੇ ਵਿਰਾਮ ਚਿੰਨ੍ਹ ਲਾਉਣ ਵਾਸਤੇ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਇਹ ਬਿਆਨ ਕਰ ਦਿੱਤਾ ਗਿਆ ਇਹਨਾਂ ਕਮੇਟੀ ਦੇ ਰਾਹੀਂ ਕਿ ਕਾਂਗਰਸ ਪਾਰਟੀ ਆਉਂਦੇ ਕੁਝ ਦਿਨਾਂ 'ਚ ਪੰਜਾਬ ਦੇ ਅੰਦਰ ਦਲਿਤ ਵਰਗ ਨੂੰ ਇੱਕ ਅਜਿਹੀ ਜ਼ਿੰਮੇਵਾਰੀ ਸੌਂਪੀ ਜਾ ਦੇ ਸਕਦੀ ਹੈ ਜਿਹਦੇ ਨਾਲ ਉਹਨਾਂ ਦਾ ਕੱਦ ਕਾਠ ਜਿਹੜਾ ਉੱਚਾ ਹੋਵੇਗਾ ਤਾਂ ਉਹ ਦੂਜੀ ਮੁਕਾਬਲੇ ਦੀ ਭਾਵਨਾ ਵਿੱਚ ਆ ਸਕੇ। ਪਰ ਦੂਜੇ ਬੰਨੇ ਜਦੋਂ ਦੂਜੇ ਵਿਧਾਇਕਾਂ ਨੂੰ ਕਿਹਾ ਗਿਆ ਕਿ ਅਸਲੀ ਗੱਲ ਜਿਹੜੀ ਆ ਉਹਦੇ ਸੰਬੰਧੀ ਕੋਈ ਵੀ ਗੱਲ ਜਿਹੜੀ ਆ ਉਹ ਬਾਹਰ ਜਾ ਕੇ ਨਹੀਂ ਕਰਦੀ, ਉਹਦਾ ਕਾਰਨ ਇਹੋ ਹੀ ਆ ਕਿਉਂਕਿ ਇਹਦੇ ਨਾਲ ਹੀ ਨਾਲ ਸੁਨੀਲ ਜਾਖੜ ਹੋਣੀ ਵੀ ਜਦੋਂ ਪ੍ਰੈਸ ਦੇ ਨਾਲ ਗੱਲ ਕਰ ਰਹੇ ਸਨ, ਉਹਨਾਂ ਦਾ ਮੇਨ ਇਹੋ ਜਿਹੜੀ ਸੁਰ ਸੀ, ਉਹਨਾਂ ਦੀ ਇਹੋ ਸੁਰ ਸੀ ਕਿ ਵੇਖੋ ਜੀ ਕਿਸੇ ਵੀ ਸੂਰਤ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ, ਕੋਈ ਬਦਲਾਵ ਨਹੀਂ ਕੀਤਾ ਜਾਏਗਾ, ਕੇਵਲ ਔਰ ਕੇਵਲ ਸਾਰਿਆਂ ਦੇ ਸ਼ੰਕੇ ਜਿਹੜੇ ਨੇ ਉਹ ਨਿਵਰਤ ਕਰਕੇ ਸਾਰਿਆਂ ਨੂੰ ਇੱਕ ਸਟੇਜ ਤੇ ਇਕੱਠਿਆ ਕਰ ਦਿੱਤਾ ਜਾਵੇਗਾ। ਕਿਉਂਕਿ ਉਹਨਾਂ ਵਿਧਾਇਕਾਂ ਨੂੰ ਇਹ ਗੱਲ ਤਾਂ ਕਹੀ ਗਈ ਕਿ ਇਹੋ ਜਿਹੀ ਕੋਈ ਗੱਲ ਨਾ ਹੋਵੇ ਕਿ ਕੋਈ ਵਿਧਾਇਕ ਇਹੋ ਜਿਹਾ ਬਿਆਨ ਜੇਕਰ ਬਾਹਰ ਜਾ ਕੇ ਦੇ ਦਿੰਦਾ ਤਾਂ ਉਹਦੇ ਨਾਲ ਸਥਿਤੀ ਜਿਹੜੀ ਆ ਉਹ ਫਿਰ ਵਿਸਫੋਟਕ ਬਣ ਜਾਵੇ। ਪਰ ਅਸਲ ਦੇ ਵਿੱਚ ਸਿੱਧੂ ਸਾਹਿਬ ਜਿਹੜਾ ਬਿਆਨਾਂ ਦੇਣ ਦੀ ਜਾਂ ਨਾ ਬਿਆਨ ਦੇਣ ਦੀ ਸਥਿਤੀ ਆ ਉਹ ਕੱਲ ਵੇਖੀ ਜਾਏਗੀ ਜਦੋਂ ਪ੍ਰਗਟ ਸਿੰਘ ਹੋਣੀ ਤੇ ਨਵਜੋਤ ਸਿੰਘ ਸਿੱਧੂ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਤਾਂ ਮਸਲਾ ਜਿਹੜਾ ਹੈ, ਜਿਹੜੀ ਨਜ਼ਰ ਹੈ ਉਹ ਕੱਲ ਦੀ ਮੀਟਿੰਗ ਤੇ ਰੱਖੀ ਜਾਏਗੀ
ਕਿਉਂਕਿ ਇਹ ਜਿਹੜੇ ਵਿਧਾਇਕ ਸੀ, ਇਹਨਾਂ ਵਿਧਾਇਕਾਂ ਦੇ ਵਿੱਚ ਤਾਂ ਕੋਈ ਵਿਧਾਇਕ ਅਜਿਹਾ ਹੈ ਹੀ ਨਹੀਂ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਅਸੰਤੋਸ਼ ਜਿਹਨੇ ਜ਼ਾਹਿਰ ਕੀਤਾ ਹੋਵੇ। ਔਰ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ 14 ਵਿਧਾਇਕ ਤਾਂ ਪਹਿਲਾਂ ਹੀ ਉਹਦੇ ਹੱਕ ਵਿੱਚ ਭੁਗਤ ਗਏ ਨੇ, ਔਰ ਦੁਆਬੇ 'ਚ ਕੋਈ ਵੀ ਕੈਪਟਨ ਅਮਰਿੰਦਰ ਦੇ ਖਿਲਾਫ ਜਿਹੜੀ ਆ ਆਵਾਜ਼ ਨਹੀਂ ਉੱਠੀ। ਆਵਾਜ਼ ਕਿੱਥੋਂ ਉੱਠੀ ਆ? ਮਾਝੇ 'ਚ ਉੱਠੀ ਆ, ਔਰ ਮਾਲਵੇ ਖੇਤਰ 'ਚ ਕੋਈ ਸੰਬੰਧਿਤ ਏਰੀਏ 'ਚ ਉੱਠੀ ਹੈ। ਪ੍ਰਗਟ ਸਿੰਘ ਜ਼ਰੂਰ ਦੁਆਬੇ ਖੇਤਰ ਦੀ ਨੁਮਾਇੰਦਗੀ ਕਰਦਾ, ਉਹ ਹੁਣ ਕੱਲ ਪੇਸ਼ ਹੋਵੇਗਾ। ਤਾਂ ਕੱਲ ਕਿਸ ਤਰੀਕੇ ਨਾਲ ਪੇਸ਼ ਹੁੰਦਾ, ਕੱਲ ਨਵਜੋਤ ਸਿੱਧੂ ਕਿਸ ਤਰੀਕੇ ਨਾਲ ਪੰਜਾਬ ਦੇ ਮਸਲਿਆਂ ਦੀ ਜਾਂ ਆਪਣੀਆਂ ਗੱਲਾਂ ਦੀ ਗੱਲ ਪੇਸ਼ ਕਰਦੇ ਆ, ਉਹ ਆਏਗਾ। ਜਿਸ ਤਰ੍ਹਾਂ ਅੱਜ ਸੁਖਜਿੰਦਰ ਸਿੰਘ ਰੰਧਾਵਾ, ਹਾਲਾਂਕਿ ਉਹਨਾਂ ਨੂੰ ਸੱਦਿਆ ਨਹੀਂ ਸੀ ਗਿਆ, ਉਹ ਦੁਆਬੇ ਨਾਲ ਖੇਤਰ ਦੀ ਨੁਮਾਇੰਦਗੀ ਨਹੀਂ ਕਰਦੇ, ਬਤੌਰ ਮੰਤਰੀ ਉਹ ਸ਼ਾਮਲ, ਉਹਨਾਂ ਨੇ ਕਿਹਾ ਮੈਂ ਪਹਿਲੇ ਸਟੈਂਡ ਤੇ ਗਿਆ ਵਾਂ। ਹੁਣ ਮਸਲਾ ਜਿਹੜਾ ਆ, ਮਸਲਾ ਇਹ ਆ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਕਮੇਟੀ ਆ, ਇਹ ਇਹਨਾਂ ਮਸਲਿਆਂ ਨੂੰ ਹੱਲ ਕਰਦੀ ਹੈ। ਜਿਸ ਤਰੀਕੇ ਨਾਲ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਸੁਨੇਹਾ ਆਇਆ ਕਿ ਕਾਂਗਰਸ ਪਾਰਟੀ ਨੂੰ ਟਾਈਫਾਈਡ ਹੋ ਗਿਆ, ਤੇ ਜੇਕਰ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਉਹ ਪੀੜ੍ਹੀ ਦੀ ਸਥਿਤੀ ਵਿੱਚ ਹੋਗੀ ਤੇ ਉਸ ਨੂੰ ਪਾਰਟੀ ਨੂੰ ਖਤਮ ਕਰ ਦੇਵੇਗੀ। ਇਸ ਦਾ ਅਰਥ ਇਹ ਆ ਕਿ ਅਜੇ ਵੀ ਅੱਜ ਦੀ ਡੇਟ ਤੱਕ, ਅੱਜ ਦੀ ਮਿਤੀ ਤੱਕ, ਜਦੋਂ ਕਿ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਕਮੇਟੀ ਨੇ ਆਪਣੇ ਯਤਨ ਜਿਹੜੇ ਆ ਸਾਰੇ ਨੇਤਾਵਾਂ ਨੂੰ ਇੱਕ ਸਟੇਜ ਉੱਤੇ ਲਿਆਉਣ ਸ਼ੁਰੂ ਕਰ ਦਿੱਤੇ ਆ, ਪਰ ਇਸ ਸਭ ਦੇ ਬਾਵਜੂਦ ਅਜੇ ਜਿਹੜੀ ਵਿਦਰੋਹੀ ਸੁਰਾਂ ਨੇ ਉਹ ਉਸੇ ਤਰ੍ਹਾਂ ਕਾਇਮ ਨੇ ਜਿਸ ਤਰੀਕੇ ਨਾਲ ਪਹਿਲਾਂ ਸਨ। ਅਸਲ 'ਚ ਜਿਹੜੀ ਗੱਲ ਹੈ, ਜਿਹੜਾ ਧਿਆਨ ਦੀ ਮੰਗ ਕਰਦੀ ਆ, ਉਹ ਇਹਨਾਂ ਵਿਧਾਇਕਾਂ ਦੇ, ਇਹਨਾਂ ਮੰਤਰੀਆਂ ਦੇ ਜਿਹੜੀ ਗੱਲਬਾਤ ਅਸੀਂ ਕਹਿ ਸਕਦੇ ਕਿ ਕਮੇਟੀ ਦੇ ਅੱਗੇ ਪੇਸ਼ ਹੋਣ ਤੋਂ ਬਾਅਦ ਦੀ ਗੱਲ ਆ। ਅਸਲ 'ਚ ਧਿਆਨ ਇਹਨਾਂ ਉੱਤੇ ਆ। ਇਹ ਦੁਆਬੇ ਦੇ ਜਿਹੜੇ ਵਿਧਾਇਕ ਸੱਦੇ ਗਏ ਸੀ, ਇਹ ਦੇਖ ਮਸਲੇ ਨੂੰ ਲੈ ਕੇ ਗਏ ਆ ਕਿ ਹਾਂਜੀ ਦਲਿਤ ਵਰਗ ਦੀ ਨੁਮਾਇੰਦਗੀ ਕਰਦੇ ਨੇ, ਕਿਉਂਕਿ ਦੁਆਬਾ ਖੇਤਰ ਜਿਹੜਾ ਪੂਰਨ ਤੌਰ ਤੇ ਦਲਿਤ ਪ੍ਰਭਾਵ ਅਧੀਨ ਆ, ਤਾਂ ਉਹਨੂੰ ਇੱਕ ਖੁਸ਼ੀ ਕਰਦੀ। ਅਸਲ ਜਿਹੜੀ ਅਗਨੀ ਪ੍ਰੀਖਿਆ ਹੈ, ਮੈਂ ਅਗਨੀ ਪ੍ਰੀਖਿਆ ਕਹਿ ਰਿਹਾ, ਕਿਹਦੀ ਅਗਨੀ ਪ੍ਰੀਖਿਆ? ਉਸ ਕਮੇਟੀ ਦੀ। ਤੇ ਨੰਬਰ 2 ਉਹਨਾਂ ਵਿਧਾਇਕਾਂ ਦੀ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੇ ਪ੍ਰਤੀ ਝੰਡਾ ਠਾਇਆ। ਅਸਲ ਅਗਨੀ ਪ੍ਰੀਖਿਆ ਤਾਂ ਕੱਲ ਸ਼ੁਰੂ ਹੋਣੀ ਹੈ। ਕੱਲ ਪਤਾ ਲੱਗੇਗਾ ਕਿ ਕੌਣ ਮੈਦਾਨ 'ਚ ਨਿਕਲਦਾ, ਕੌਣ ਆਪਣੇ ਪੱਖ ਨੂੰ ਪੇਸ਼ ਕਰਦਾ। ਸੁਖਜਿੰਦਰ ਸਿੰਘ ਰੰਧਾਵੇ ਨੇ ਵੀ ਗੱਲ ਕੀਤੀ, ਮੈਂ ਆਪਣੇ ਸਟੈਂਡ ਤੇ ਕਿਹਾ, ਨਵਜੋਤ ਸਿੱਧੂ ਜਾਂ ਪ੍ਰਗਟ ਸਿੰਘ ਹੋਣੀ ਕੱਲ ਅਗਰ ਮੀਟਿੰਗ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਆ ਤੇ ਆਪਣੇ ਵਿਚਾਰ ਪੇਸ਼ ਕਰਦੇ, ਜਿਸ ਤਰੀਕੇ ਨਾਲ ਉਹਨਾਂ ਤੇ ਇੱਕ ਅਸੀਂ ਕਹਿ ਸਕਦੇ ਕਿ ਉਹਨਾਂ ਤੋਂ ਆਸ ਕੀਤੀ ਜਾਂਦੀ ਕਿ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣਗੇ, ਫਿਰ ਉਸ ਤੋਂ ਮਗਰੋਂ ਸਥਿਤੀ ਸਪਸ਼ਟ ਹੋਵੇਗੀ ਕਿ ਇਸ ਕਮੇਟੀ ਦੀ ਜਿਹੜੀ ਭੂਮਿਕਾ ਉਹ ਕੀ ਰਹਿੰਦੀ ਹੈ। ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੱਲ ਵੀ ਇੱਕ ਮੈਸੇਜ ਕੀਤਾ ਗਿਆ, ਟਵੀਟ ਕੀਤਾ ਗਿਆ, ਅੱਜ ਵੀ ਇੱਕ ਟਵੀਟ ਕੀਤਾ ਗਿਆ। ਇਹਦੇ ਨਾਲ ਹੀ ਨਾਲ ਪ੍ਰਗਟ ਸਿੰਘ ਹੋਣਾ ਦੇ ਵੱਲੋਂ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਇੱਕ ਪਾਸੇ ਮੀਟਿੰਗ ਚੱਲ ਰਹੀ ਸੀ, ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈ ਉਹ ਤੰਜ ਕੱਸ ਰਹੇ ਸੀਗੇ। ਕਿਵੇਂ ਦੇਖਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰੀਕੇ ਦੇ ਨਾਲ ਇਹ ਗੱਲ ਕਹੀ ਕਿ ਸਾਡੀ ਕਾਂਗਰਸ ਨੂੰ ਟਾਈਫਾਈਡ ਹੋ ਗਿਆ ਤੇ ਜੇਕਰ ਇਹਨੂੰ ਠੀਕ ਨਾ ਕੀਤਾ ਤਾਂ ਜਿਹੜਾ ਹੈਗਾ ਕੀ ਕਹਿੰਦੇ ਹੁੰਦੇ ਆ ਇਹਨੂੰ ਆਪਣਾ ਪੀਲੀਆ ਹੋ ਜਾਊਗਾ, ਤਾਂ ਫਿਰ ਕੀ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਵੀ ਮੀਟਿੰਗ ਦੇ ਵਿੱਚ ਜੰਮ ਕੇ ਧਮਾਕਾ ਕਰ ਸਕਦੇ ਆ? ਇੱਕ ਪਾਸੇ ਸੁਨੀਲ ਜਾਖੜ ਬਿਨਾਂ ਨਾਮ ਲਏ ਇਹ ਗੱਲ ਕਹਿ ਗਏ ਕਿ ਕੁਝ ਲੋਕ ਮੌਕਾ ਜਿਹੜੇ ਭਾਲਦੇ ਸੀ ਉਹ ਚਿਹਰੇ ਬੇਨਕਾਬ ਹੋ ਗਏ, ਪਿੱਠ 'ਚ ਖੰਜਰ ਮਾਰ ਰਹੇ ਆ, ਉਹ ਅਸਿੱਧੇ ਤੌਰ ਤੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਵਾਰ ਕਰ ਗਏ ਨੇ। ਤਾਂ ਹੁਣ ਜੇਕਰ ਪ੍ਰਤਾਪ ਸਿੰਘ ਬਾਜਵਾ ਵੀ ਜਾਣਗੇ ਤੇ ਘੱਟ ਤਾਂ ਫਿਰ ਉਹ ਵੀ ਨਹੀਂ ਕਰਨਗੇ, ਕਿਉਂਕਿ ਬਾਹਰ ਹੀ ਉਹ ਤਾਂ ਬੜਾ ਕੁਝ ਬੋਲ ਰਹੇ ਆ, ਅੰਦਰ ਤਾਂ ਫਿਰ ਜੰਮ ਕੇ ਪੜਾਸ ਕੱਢਣਗੇ। ਦੇਖੋ, ਜਿਹੜਾ ਪ੍ਰਤਾਪ ਸਿੰਘ ਬਾਜਵਾ ਦੀ ਇਹ ਬਿਆਨ ਆਉਣਾ ਅਸਲ ਵਿੱਚ ਸੁਨੀਲ ਜਾਖੜ ਦੇ ਉਸ ਬਿਆਨ ਦਾ ਪ੍ਰਤੀਕਰਮ ਹੀ ਹੈ ਜਿਹੜਾ ਉਹਨਾਂ ਨੇ ਦੁਪਹਿਰੇ ਜਿਹੜੀ ਸਟੇਟਮੈਂਟ ਉਹਨਾਂ ਨੇ ਦਿੱਤੀ ਕਿ ਕੁਝ ਲੋਕ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਰਹੇ, ਖੰਜਰ ਮਾਰ ਰਹੇ ਆ। ਇਹ ਪ੍ਰਤਾਪ ਸਿੰਘ ਬਾਜਵੇ ਦਾ ਇਹ ਬਿਆਨ ਅਸਲ 'ਚ ਸੁਨੀਲ ਜਾਖੜ ਦੇ ਉਸ ਬਿਆਨ ਦਾ ਪ੍ਰਤੀਕਰਮ ਦੇ ਰੂਪ ਦੇ ਵਿੱਚ ਹੀ ਸਾਹਮਣੇ ਆਇਆ। ਦੇਖੋ, ਉਹ ਅਜੇ ਮੀਡੀਆ ਦੇ ਸਾਹਮਣੇ ਪੂਰਨ ਤੌਰ ਤੇ ਤਿਆਰ ਨੇ ਔਰ ਆਪਣੇ ਸਟੈਂਡ ਤੇ ਕਾਇਮ ਨੇ। ਕੱਲ ਨੂੰ ਜਾਂ ਪਰਸੋਂ ਨੂੰ ਜਿਸ ਦਿਨ ਪ੍ਰਤਾਪ ਸਿੰਘ ਬਾਜਵਾ ਇਸ ਕਮੇਟੀ ਦੇ ਸਾਹਮਣੇ ਆਪਣੇ ਪੰਜਾਬ ਦਾ ਆਪਣਾ ਰੁਖ ਰੱਖਣਗੇ, ਆਪਣਾ ਸਪਸ਼ਟ ਪੱਖ ਜਿਹੜਾ ਉਹ ਪੇਸ਼ ਕਰਦੇ, ਤਾਂ ਸਥਿਤੀਆਂ ਫਿਰ ਪਤਾ ਲੱਗਣਗੀਆਂ। ਜਿਹੜੀ ਆਪਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ ਦਾ ਆਪਸੀ ਭੇੜ ਹੋਇਆ ਇਸ ਮੀਟਿੰਗ ਨੂੰ ਲੈ ਕੇ। ਦੇਖੋ, ਇਸ ਸੰਬੰਧੀ ਤਾਂ ਇਹ ਗੱਲ ਕਹੀ ਜਾਂਦੀ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵੇ ਨੂੰ ਆਪਣਾ ਸਭ ਤੋਂ ਵੱਡਾ ਸਿਆਸੀ ਦੁਸ਼ਮਣ ਸਮਝਦੇ ਨੇ, ਜਿਨ੍ਹਾਂ ਦਾ ਉਹਨਾਂ ਨੇ ਉਹ ਇਹ ਸਮਝਦੇ ਕਿ ਮੇਰੇ ਸਿਆਸੀ ਕੈਰੀਅਰ ਨੂੰ ਤਬਾਹ ਕਰਨ ਵਾਲਾ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਇਸ ਗੁਰਦਾਸਪੁਰ ਖੇਤਰ ਚੋਂ ਜਦੋਂ ਲੋਕ ਸਭਾ ਦੀ ਚੋਣ ਹਾਰੇ ਤਾਂ ਦੂਜੇ ਪਾਸੇ ਉਧਰੋਂ ਵੀ ਹਾਰ ਗਈ, ਤਾਂ ਉਹ ਪ੍ਰਤਾਪ ਸਿੰਘ ਬਾਜਵੇ ਨੂੰ ਕਿਸੇ ਵੀ ਉਹ ਖਾੜਾ ਅੱਖਾਂ ਦੇਖਣਾ ਪਸੰਦ ਨਹੀਂ ਕਰਦੇ। ਔਰ ਉਹਨਾਂ ਦੀ ਇੱਕ ਕੋਸ਼ਿਸ਼ ਆ ਸੁਨੀਲ ਜਾਖੜ ਦੀ ਕਿ ਹਰ ਸੂਰਤ ਦੇ ਵਿੱਚ ਪ੍ਰਤਾਪ ਬਾਜਵੇ ਨੂੰ ਨੀਵਾਂ ਦਿਖਾਇਆ ਜਾਵੇ। ਤੇ ਹੁਣ ਜੇਕਰ ਪ੍ਰਤਾਪ ਸਿੰਘ ਬਾਜਵੇ ਨੇ ਇਹ ਬਿਆਨ ਗੱਲ ਕੀਤੀ ਹੈ ਕਿ ਕਾਂਗਰਸ ਨੂੰ ਟਾਈਫਾਈਡ ਹੋ ਚੁੱਕਾ ਔਰ ਪੀਲੀ ਦੀ ਸਥਿਤੀ 'ਚ ਪਹੁੰਚਣ ਵਾਲੀ ਹੈ, ਤਾਂ ਅਸਲ 'ਚ ਇਹ ਜਿਹੜਾ ਵਾਰ ਹੈ ਇਹ ਸੁਨੀਲ ਜਾਖੜ ਤੇ ਹੈ ਕਿ ਸੁਨੀਲ ਜਾਖੜ ਨੇ ਕਿਸੇ ਵੀ ਸੂਰਤ ਵਿੱਚ ਪੰਜਾਬ ਦੇ ਇਹਨਾਂ ਮਸਲਿਆਂ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ। ਜੋ ਕਾਂਗਰਸ ਦਾ ਆਪਸੀ ਦਵੇਸ਼ ਸੀ ਉਹਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਕੋਈ ਵੀ ਯਤਨ ਜਿਹੜਾ ਨਹੀਂ ਕੀਤਾ। ਉਹ ਕੇਵਲ ਔਰ ਕੇਵਲ ਆਪਣੀ ਜਿਹੜੀ ਪ੍ਰਧਾਨਗੀ ਉਹਨੂੰ ਬਚਾਉਣ ਦੇ ਆਹਰ ਵਿੱਚ ਜੁਟੇ ਰਹੇ। ਉਹ ਇਸ ਖੇਤਰ ਦੇ ਵਿੱਚ ਜਾਂ ਇਸ ਸਥਿਤੀ ਦੇ ਵਿੱਚ ਹਰੀਸ਼ ਰਾਵਤ ਵੀ ਹੁੰਦੇ ਨੇ ਕਿ ਜਿਨ੍ਹਾਂ ਦਾ ਮੁੱਖ ਧਿਆਨ ਜਿਹੜਾ ਆਪਣੀ ਉਸ ਪੰਜਾਬ
ਮਸਲਿਆਂ ਦੇ ਇੰਚਾਰਜ ਵਜੋਂ ਹੀ ਭੂਮਿਕਾ ਨੂੰ ਬਚਾਉਣ ਵਿੱਚ ਲੱਗਾ ਰਿਹਾ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰੀਕੇ ਦੇ ਨਾਲ 45 ਦਿਨਾਂ ਦਾ ਸਮਾਂ ਦਿੱਤਾ ਸੀ, ਔਰ ਹਰੀਸ਼ ਰਾਵਤ ਹੁਣੀ ਇਹ ਕਹਿ ਰਹੇ ਸੀ ਕਿ ਅਸੀਂ 45 ਦਿਨਾਂ ਤੋਂ ਪਹਿਲਾਂ ਜਿਹੜੀ ਸਥਿਤੀ ਹੈ ਉਹ ਅਸੀਂ ਹੱਲ ਕਰ ਦੇਣੀ ਆ, ਪਰ ਪ੍ਰਤਾਪ ਸਿੰਘ ਬਾਜਵਾ ਦੇ ਇਹਨਾਂ ਬਿਆਨਾਂ ਦੇ ਨਾਲ ਔਰ ਦੂਜੇ ਪਾਸੇ ਕੱਲ ਜੋ ਕੁਝ ਮੀਟਿੰਗ ਦੇ ਵਿੱਚ ਹੋਵੇਗਾ, ਜਦੋਂ ਪ੍ਰਗਟ ਸਿੰਘ ਹੁਣੀ ਔਰ ਨਵਜੋਤ ਸਿੰਘ ਸਿੱਧੂ ਹੁਣੀ ਜਾ ਕੇ ਇਸ ਕਮੇਟੀ ਦੇ ਅੱਗੇ ਆਪਣਾ ਪੱਖ ਪੇਸ਼ ਰੱਖਣਗੇ, ਅਸਲ 'ਚ ਸਥਿਤੀ ਜਿਹੜੀ ਆ ਉਸ ਵਕਤ ਸਪਸ਼ਟ ਜਿਹੜੀ ਹੋਵੇਗੀ ਕਿ ਅਸਲ 'ਚ ਰੁਖ ਕੀ ਹੈ। ਕਿਉਂਕਿ ਇਹਨਾਂ ਵਿਧਾਇਕਾਂ ਨੂੰ ਸੱਦਿਆ ਗਿਆ, ਇਹਨਾਂ ਵਿਧਾਇਕਾਂ 'ਚ ਤਾਂ ਕੋਈ ਵੀ ਅੱਗੇ ਨਹੀਂ, ਔਰ ਦੂਜੇ ਪਾਸੇ ਜਿਹੜੇ ਭੁਗਤੇ ਨੇ ਇਹ ਵੀ ਇੱਕ ਮੰਨ ਲਾਇਆ ਜਾ ਰਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ 13 ਕਰੋੜ ਹਰ ਹਲਕੇ ਵਾਸਤੇ ਦਿੱਤਾ ਗਿਆ, ਇਹ ਅਸਲ ਦੇ ਵਿੱਚ 13 ਕਰੋੜ ਕਿਸੇ ਹਲਕੇ ਦੇ ਵਿਕਾਸ ਵਾਸਤੇ ਸਿੱਧੂ ਸਾਹਿਬ ਨਹੀਂ ਦਿੱਤਾ ਗਿਆ। ਇੱਕ ਚੋਗਾ ਸੁੱਟਿਆ ਗਿਆ ਕਿ ਕਿਹੜਾ ਚੋਗਾ ਤੋਤਾ ਜਿਹੜਾ ਹਰੀ ਮਿਰਚ ਖਾਂਦਾ, ਕਿਉਂਕਿ ਪੈਸੇ ਜਿਹੜੇ ਆਉਂਦੇ ਨੇ ਉਹ ਕਿਹਨੂੰ ਮਾੜੇ ਲੱਗਦੇ ਨੇ। ਜੇਕਰ ਇੱਕ ਹਲਕੇ ਦੇ ਵਿਕਾਸ ਵਾਸਤੇ ਐਮਐਲਏ ਨੂੰ ਜਾਂ ਹਲਕਾ ਇੰਚਾਰਜ ਨੂੰ 13 ਕਰੋੜ ਮਿਲਦਾ ਤਾਂ ਉਹਦੇ ਵਿੱਚੋਂ ਘੱਟ ਤੋਂ ਘੱਟ ਤੁਸੀਂ ਇਹ ਹਿਸਾਬ ਲਾਓ ਕਿ ਅੱਧੇ ਲੱਗਣੇ ਨੇ, ਬਾਕੀ ਜਿਹੜੇ ਨੇ ਬਾਕੀ ਤਾਂ ਉੱਥੋਂ ਤੱਕ ਹੀ ਜਾਣੇ ਆ। ਇੱਕ ਗੱਲ ਮੈਂ ਤੁਹਾਡੀ ਦਿਲਚਸਪੀ ਵਾਸਤੇ ਹੋਰ ਦੱਸਾਂ ਕਿ ਇਹ ਤਾਂ ਅਜੇ 13 ਕਰੋੜ ਵਿਕਾਸ ਵਾਸਤੇ ਆਉਣੇ ਨੇ। ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਇੰਟਰਲਾਕਿੰਗ ਟਾਈਲ ਜਿਹੜੀ ਲੱਗ ਰਹੀ ਹੈ, ਹਰ ਇਲਾਕੇ ਦੇ ਵਿੱਚ ਲੱਗ ਰਹੀ, ਪਿੰਡਾਂ ਦੇ ਵਿੱਚ ਲੱਗ ਰਹੀ ਹੈ। ਔਰ ਤੁਹਾਨੂੰ ਸ਼ਾਇਦ ਹੈਰਾਨਗੀ ਤਾਂ ਨਾ ਹੋ, ਕਿਉਂਕਿ ਤੁਸੀਂ ਵੀ ਇਸੇ ਖੇਤਰ ਨਾਲ ਸੰਬੰਧਿਤ ਜੇ, ਜਿਹੜੀਆਂ ਟਾਈਲਾਂ ਬਣਾਉਣ ਵਾਲੀਆਂ ਫੈਕਟਰੀਆਂ ਨੇ ਉਹ ਐਮਐਲਏਜ਼ ਦੀਆਂ ਨੇ, ਐਮਐਲਏ ਨੇ ਲਾਈਆਂ ਨੇ, ਉਹ ਕਾਂਗਰਸ ਦੇ ਹੋਣ ਭਾਵੇਂ ਦੂਜੇ ਹੋਣ। ਔਰ ਜਿਹੜੀ ਟਾਈਲ ਜਾਣੀ ਆ ਉਹ ਕਿੱਥੋਂ ਜਾਣੀ ਆ? ਉਹ ਐਮਐਲਏ ਦੇ ਉਸ ਕਾਰਖਾਨੇ ਤੋਂ ਜਾਣੀ ਆ। ਤੇ ਨੰਬਰ 2 ਠੇਕੇਦਾਰ ਕੋ ਪੱਤੀ ਉਹਨੇ ਐਮਐਲਏ ਨੇ ਜਾਂ ਵਿਧਾਇਕ ਨੇ ਉੱਥੋਂ ਵੀ ਲੈਣੀ, ਜਾਂ ਹਲਕਾ ਇੰਚਾਰਜ ਨੇ ਉਹ ਤੋਂ ਵੀ ਲੈਣੀ ਆ, ਤਾਂ ਦੂਜੇ ਪਾਸੇ ਮਾਲ ਵੀ ਉਹਦਾ ਜਾ ਰਿਹਾ। ਤਾਂ ਸੋ ਕਹਿਣ ਦਾ ਅਰਥ ਹੈ ਕਿ ਜਦੋਂ 13 ਕਰੋੜ ਇੱਕ ਹੋਰ ਨਵਾਂ ਆ ਰਿਹਾ, ਕਿਹੜਾ ਵਿਧਾਇਕ ਜਾਂ ਕਿਹੜਾ ਮੰਤਰੀ ਹੋਊਗਾ ਜਿਹੜਾ ਕੈਪਟਨ ਸਾਹਿਬ ਨਾਲ ਵਿਗਾੜਨ ਦਾ ਯਤਨ ਕਰੂਗਾ? ਹਾਂ, ਇਹ ਜਿਹੜੇ ਵਿਚਾਰੇ ਦੂਜੇ ਬੰਦੇ ਨੇ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚੱਲੇ ਨੇ, ਲੋਕੀ ਇਹਨਾਂ ਵੱਲੋਂ ਵੀ ਕਹਿੰਦੇ ਕਿ ਇਹ ਲੰਮੀ ਰੇਸ ਦੇ ਘੋੜੇ ਨੇ, ਇਹਨਾਂ ਦੀ ਜਿਹੜੀ ਆਖਿਆ ਪਤਾ ਨਹੀਂ ਉਹ ਮੁੱਖ ਮੰਤਰੀ ਦੀ ਕੁਰਸੀ ਦੇ 2022 ਦੀਆਂ ਚੋਣਾਂ ਦੇ ਵਿੱਚ ਉਹ ਸਥਿਤੀਆਂ ਅਲੱਗ ਨਹੀਂ। ਪਰ ਜਿਹੜੀ ਮੁੱਦਿਆਂ ਦੀ ਗੱਲ ਹੈ, ਮੁੱਦਿਆਂ ਦੀ ਗੱਲ ਜਿਸ ਤਰੀਕੇ ਨਾਲ ਪ੍ਰਗਟ ਸਿੰਘ ਉਹਨਾਂ ਨੇ ਕੀਤੀ, ਨਵਜੋਤ ਸਿੱਧੂ ਨੇ ਕੀਤੀ, ਇਹ ਗੱਲ ਸਪਸ਼ਟ ਹੋ ਜਾਏਗੀ। ਤੁਸੀਂ ਪ੍ਰਗਟ ਸਿੰਘ ਦੀ ਗੱਲ ਕਰ ਰਹੇ ਹੋ, ਕੱਲ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦਾ ਮਿਲਣ ਦਾ ਸਮਾਂ ਹੈ। ਕੱਲ ਫਿਰ ਪਰਿਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ? ਕਿਉਂਕਿ ਜਿਸ ਤਰੀਕੇ ਦੇ ਨਾਲ ਬਾਹਰ ਨਵਜੋਤ ਸਿੰਘ ਸਿੱਧੂ ਅਖਤਿਆਰ ਜਿਹੜਾ ਕੀਤਾ ਹੋਇਆ ਆਪਣਾ ਉਹਨਾਂ ਦਾ ਰੂਪ, ਦੂਜੇ ਪਾਸੇ ਪ੍ਰਗਟ ਸਿੰਘ, ਤਾਂ ਫਿਰ ਅੰਦਰ ਕੀ ਫਸਫੂਟ ਜਿਹੜਾ ਹੋ ਸਕਦਾ ਹੈ? ਦੇਖੋ, ਪ੍ਰਗਟ ਸਿੰਘ ਦੀ ਜਿਹੜੀ ਸਥਿਤੀ ਹੈ, ਪ੍ਰਗਟ ਸਿੰਘ ਦੀ ਸਥਿਤੀ ਵੱਲੋਂ ਤਾਂ ਕੋਈ ਜ਼ਿਆਦਾ ਸਾਨੂੰ ਚਰਚਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਗਟ ਸਿੰਘ ਤਾਂ ਮਹਿਜ਼ ਆਪਣੀ ਗੱਲ ਜ਼ਰੂਰ ਕਰੇਗਾ। ਪ੍ਰਗਟ ਸਿੰਘ ਜਿਹੜੀ ਆ ਆਪਣੀ ਗੱਲ ਜ਼ਰੂਰ ਕਰੇਗਾ, ਔਰ ਕੁਝ ਸਥਿਤੀ ਨੂੰ ਲੈ ਕੇ ਉਹ ਆਪਣੇ ਜਿਹੜਾ ਪੱਖ ਹੈ ਜੋ ਕੁਝ ਉਹਦੇ ਨਾਲ ਉਸਨੂੰ ਪੇਸ਼ ਕਰੇਗਾ। ਔਰ ਕਾਂਗਰਸ ਜਿਹੜੀ ਆ ਕਮੇਟੀ ਹੈ ਇਹ ਵੀ ਉਹਦੀ ਗੱਲ ਸੁਣੇਗੀ ਜ਼ਰੂਰ, ਪਰ ਉਹਦੇ ਉੱਤੇ ਕੋਈ ਪ੍ਰਤੀਕਰਮ ਦੇਣ ਤੋਂ ਸ਼ਾਇਦ ਗਰੇਜ਼ ਕਰੇ। ਪਰ ਜ਼ਿਆਦਾ ਧਿਆਨ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਤੇ ਹੈ। ਨਵਜੋਤ ਸਿੱਧੂ ਤੇ ਤਾਂ ਕਰਕੇ ਕਿਉਂਕਿ ਉਹ ਇਹ ਜਿਹੜੇ 3 ਬੰਦੇ ਨੇ ਇਹਨਾਂ ਦੇ ਕੱਦ ਦਾ ਹੀ ਉਹ ਨੇਤਾ ਹੈਗਾ, ਔਰ ਹਾਈ ਕਮਾਂਡ 'ਚ ਉਹਦੀ ਜਿਹੜੀ ਸਥਿਤੀ ਹੈ ਕੁਝ ਹੋਰ ਤਰ੍ਹਾਂ ਦੀ ਹੈ ਪ੍ਰਗਟ ਸਿੰਘ ਦੇ ਮੁਕਾਬਲੇ। ਉਹਦੀ ਸਥਿਤੀ ਉਹੀ ਆ ਹਾਈ ਕਮਾਂਡ ਦੀ ਨਜ਼ਰਾਂ 'ਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਬਣਾਉਂਦੀ ਹੈ। ਸੋ ਕੱਲ ਨਵਜੋਤ ਸਿੱਧੂ ਜਦੋਂ ਮੀਟਿੰਗ ਇਸ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖਣਗੇ ਤਾਂ ਸਥਿਤੀ ਜਿਹੜੀ ਕਾਫੀ ਹੰਗਾਮਿਆਂ ਭਰਪੂਰ ਹੋ ਸਕਦੀ ਹੈ, ਕਿਉਂਕਿ ਉਹ ਬੰਦੇ ਨੇ ਬੋਲਣ ਤੋਂ ਬਾਅਦ ਤਾਂ ਆਉਣਾ ਨਹੀਂ। ਉਹਨੇ ਆਣ ਕੇ ਜਿਹੜੀ ਗੱਲ ਆ ਉਹਨੇ ਪ੍ਰੈਸ ਦੇ ਅੱਗੇ ਵੀ ਕਰਨੀ ਹੈ ਕਿ ਮੈਂ ਇਹ ਮੁੱਦੇ ਰੱਖੇ ਨੇ, ਪ੍ਰੈਸ ਦਾ ਵਾਲਿਆਂ ਦਾ ਵੀ, ਔਰ ਕੱਲ ਦਾ ਜਿੰਨਾ ਵੀ ਮੀਡੀਆ ਹੈ ਉਸ ਦਾ ਧਿਆਨ ਨਵਜੋਤ ਸਿੱਧੂ ਵੱਲ ਹੀ ਰਹੇਗਾ ਕਿ ਨਵਜੋਤ ਸਿੱਧੂ ਕਿਸ ਤਰੀਕੇ ਨਾਲ ਆਪਣੀ ਗੱਲ ਜਿਹੜੀ ਆ ਉਹ ਕਹਿ ਕੇ ਆਉਂਦੇ ਨੇ ਤੇ ਕਿਸ ਤਰੀਕੇ ਨਾਲ ਆਪਣੀ ਗੱਲ ਨੂੰ ਸਾਬਤ ਕਰਦੇ ਆ। ਤੇ ਜੇਕਰ ਕੱਲ ਨਵਜੋਤ ਸਿੱਧੂ ਆਪਣੇ ਪੱਖ ਨੂੰ ਸਪਸ਼ਟ ਨਾ ਕਰ ਸਕੇ ਤਾਂ ਫਿਰ ਤੁਸੀਂ ਇਹ ਸਮਝੋ ਕਿ ਉਹਨਾਂ ਦਾ ਫਿਰ ਰਾਜਨੀਤਿਕ ਜੀਵਨ ਜਿਹੜਾ ਕਿਸੇ ਹੋਰ ਦਿਸ਼ਾ ਨੂੰ ਜਾਵੇਗਾ। ਕੁਝ ਲੋਕ ਇਹ ਵੀ ਕਹਿੰਦੇ ਆ ਕਿ ਸ਼ਾਇਦ ਕਿ ਜਿਹੜੀ ਕਮੇਟੀ ਆ ਉਹਨਾਂ ਦੇ ਪੱਖ ਨੂੰ ਸੁਣ ਕੇ ਅਣਗੌਲਿਆ ਕਰ ਦੇਵੇ, ਪਰ ਕਮੇਟੀ ਵਾਸਤੇ ਵੀ ਸਿੱਧੂ ਦੇ ਪੱਖ ਨੂੰ ਅਣਗੌਲਿਆ ਕਰਨਾ ਇੰਨਾ ਆਸਾਨ ਜਿਹੜਾ ਨਹੀਂ ਹੈ ਕਿ ਉਹ ਵੀ ਇਸ ਤਰੀਕੇ ਨਾਲ ਨਹੀਂ ਕਰ ਸਕਦੇ, ਕਿਉਂਕਿ ਉਹ ਮੇਨ ਝੰਡਾ ਤਾਂ ਉਸ ਬੰਦੇ ਨੇ ਚੁੱਕਿਆ, ਔਰ ਉਹ ਜਿਹੜਾ ਮੁੱਦਾ ਚੁੱਕ ਰਿਹਾ ਉਹ ਪੰਜਾਬ ਦੇ ਲੋਕ ਮੁੱਦਿਆਂ ਦਾ ਚੁੱਕ ਰਿਹਾ। ਔਰ ਇਹ ਵੀ ਗੱਲ ਮੈਂ ਕਲੀਅਰ ਕਰਦਾ ਕਿ ਉਹਦੀਆਂ ਗੱਲਾਂ ਵੱਲ ਜਿਹੜੀ ਹਰੀਸ਼ ਰਾਵਤ ਜਿਹੜੇ ਇਸ ਕਮੇਟੀ ਦੇ ਮੁਖੀ ਨੇ, ਜਿਹੜੇ ਪੰਜਾਬ ਮਸਲਿਆਂ ਦੇ ਇੰਚਾਰਜ ਨੇ, ਉਹਨਾਂ ਦੇ ਕੁਝ ਬਿਆਨ ਜਿਹੜੇ ਮੈਂ ਸੁਣੇ ਨੇ, ਉਹਨਾਂ ਬਿਆਨਾਂ ਦੇ ਆਧਾਰ ਤੇ ਮੈਂ ਇਹ ਕਹਿ ਸਕਦਾ ਕਿ ਉਹ ਗੱਲ ਤੇ ਨਵਜੋਤ ਸਿੱਧੂ ਦੇ ਬਿਆਨਾਂ ਦੀ ਪ੍ਰੋੜਤਾ ਕਰਦੇ ਨੇ। ਮਿਸਾਲ ਵਜੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪੱਤਰਕਾਰਾਂ ਇਸ ਮੀਟਿੰਗ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਕਿ ਉਹਨਾਂ ਨੇ ਟਵੀਟ ਕਰ ਰਹੇ ਨੇ, ਤਾਂ ਕਹਿੰਦੇ ਟਵੀਟ ਤਾਂ ਕੋਈ ਗੱਲ ਨਹੀਂ, ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਥੋੜਾ ਕੀਤੀ ਹੈ, ਉਹ ਤਾਂ ਲੋਕ ਮੁੱਦਿਆਂ ਨੂੰ ਲੈ ਕੇ ਕਰ ਰਹੇ। ਇਹ ਬੜਾ ਵੱਡਾ ਇੱਕ ਜਿਹੜਾ ਪ੍ਰਸ਼ਨ ਸੀ ਜਾਂ ਜਵਾਬ ਸੀ ਜਿਹੜਾ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੇ ਹੱਕ 'ਚ ਫੇਵਰ 'ਚ ਦਿੱਤਾ। ਦੂਜੇ ਪਾਸੇ ਉਹ ਇਹ ਵੀ ਕਹਿ ਰਹੇ, ਉਹਨਾਂ ਨੇ ਕਿਹਾ ਜੀ ਉਹਨਾਂ ਦੇ ਖਿਲਾਫ, ਕਹਿੰਦਾ ਮੈਂ ਤਾਂ ਵੇਖਿਆ ਨਹੀਂ। ਮਤਲਬ ਇਸ ਤਰੀਕੇ ਨਾਲ ਇੱਕ ਸਾਫ਼ ਤੌਰ ਤੇ ਕਲੀਨ ਚਿੱਟ ਦੇਣਾ, ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਦੀ ਵੀ ਪਿੱਠ ਪੂਰਦੇ ਹਰੀਸ਼ ਰਾਵਤ ਨਜ਼ਰ ਆਉਂਦੇ ਨੇ। ਭਾਵ ਦੋਵੇਂ ਕਦਾਵਰ ਨੇਤਾ ਨੇ, ਕਿਹੜੇ? ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ। ਸਥਿਤੀ ਜਿਹੜੀ ਆ ਕੱਲ ਕਲੀਅਰ ਹੋਵੇਗੀ ਕਿ ਊਠ ਕਿਸ ਕਰਵਟ ਬੈਠਦਾ।
ਜੀ ਬਿਲਕੁਲ ਕੱਲ ਦੀ ਮੀਟਿੰਗ ਦੇ ਉੱਪਰ ਨਜ਼ਰ ਬਣੀ ਰਹੇ, ਕਿਉਂਕਿ ਕੱਲ ਦੀ ਮੀਟਿੰਗ ਦੇ ਵਿੱਚ ਅਹਿਮ ਜਿਹੜੇ ਲੋਕ ਨੇ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ, ਜਿਨ੍ਹਾਂ ਦੇ ਕਰਕੇ ਇਹ ਸਥਿਤੀ ਪੈਦਾ ਹੋਈ ਤੇ ਜਿਨ੍ਹਾਂ ਦੇ ਕਰਕੇ ਹੀ ਇਹ ਜਿਹੜੀ ਹੈ ਕਮੇਟੀ ਬਣਾਉਣੀ ਪਈ, ਉਹ ਹੁਣ ਕੱਲ ਆ ਕੇ ਕੀ ਵਿਸਫੋਟ ਕਰਦੇ ਨੇ ਉਹ ਵੀ ਦੇਖਣਯੋਗ ਗੱਲ ਹੋਊਗੀ। ਪਰ ਅੱਜ ਦੀ ਸਾਰ ਜਿਹੜਾ ਅੱਜ ਦੀ ਮੀਟਿੰਗ ਦਾ ਸਾਰ ਜਿਹੜਾ ਪੂਰਾ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਹੋਰਾਂ ਦੇ ਵੱਲੋਂ ਦੱਸਿਆ ਗਿਆ ਤੇ ਇੱਕ ਗੱਲ ਉਹਨਾਂ ਦੇ ਵੱਲੋਂ ਖੋਲ ਕੇ ਜਿਹੜੀ ਤੁਹਾਡੇ ਸਾਹਮਣੇ ਰੱਖੀ ਗਈ ਹੈ। ਤਾਂ ਅਣਖੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਣਖੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਤਾਂ ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਨੇ ਇੱਕ ਇੱਕ ਗੱਲ ਤੁਹਾਡੇ ਸਾਹਮਣੇ ਰੱਖੀ ਹੈ। ਤਾਂ ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।